हाँ जी, की हाल चाल है सारे का? ठीक ठाक हो? अज का लैक्चर शुरू कर रहे हैं जी। पिछले लैक्चर ਨਾਲ थोड़ा जिहा कोरिलेट करदा। पिछले लैक्चर ਦੇ ਵਿੱਚ ਆਪਾਂ ਸਟੱਡੀ ਕੀਤੀ ਸੀਗੀ ਇਹਨਾਂ ਦੇ ਆਈਸੋਮਰ ਦੀ ਡਿਟੇਲ ਸਟੱਡੀ ਜਿਹੜੀ ਜਿਹਦੇ ਵਿੱਚ ਸਟੀਰੀਓ ਕਰਵਾਏ ਸੀ ਲਾਸਟ ਦੇ ਉੱਤੇ ਮੈਂ। ਸਟੀਰੀਓ ਦੇ ਦੋ ਪਾਰਟ ਹੁੰਦੇ ਨੇ, ਸੌਰੀ ਜਿਓਮੈਟ੍ਰੀਕਲ ਕਰਵਾਏ ਸੀ। ਜਿਓਮੈਟ੍ਰੀਕਲ ਦੇ ਦੋ ਪਾਰਟ ਹੁੰਦੇ ਨੇ, ਸਟੀਰੀਓ ਆਈਸੋਮਰ ਤੇ ਜਿਹੜੇ ਇਹਨਾਂ ਦੇ ਦੂਸਰੇ ਆਪਟੀਕਲ ਆਈਸੋਮਰ। ਉਹਨਾਂ 'ਚ ਕੁਛ ਕੁ ਸ਼ਾਰਟਕਟ ਸੀ, ਉਹ ਵੀ ਦੱਸੇ ਸੀਗੇ। ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਨਾ। ਅੱਜ ਦਾ ਟੌਪਿਕ ਸ਼ੁਰੂ ਕਰਨ ਲੱਗੇ ਹਾਂ। ਅੱਜ ਦੇ ਟੌਪਿਕ ਦੇ ਵਿੱਚ ਆਪਾਂ ਸਟੱਡੀ ਕਰਨਾ ਹੈ ਕਿ ਕੋਆਰਡੀਨੇਸ਼ਨ ਕੰਪਾਊਂਡ ਦੇ ਵਿੱਚ ਜਿਹੜੀ ਬੌਂਡਿੰਗ ਜਿਹੜੀ ਹੁੰਦੀ ਹੈ, ਬੌਂਡਿੰਗ ਕਿਸ ਢੰਗ ਨਾਲ ਹੁੰਦੀ ਹੈ, ਕਿਹੜੇ ਕਿਹੜੇ ਪ੍ਰਿੰਸੀਪਲ ਉਹ ਫੋਲੋ ਕਰਦੀ ਹੈ, ਕਿਵੇਂ ਬਣਾਉਂਦੇ ਨੇ, ਉਹਦੇ 'ਚ ਕਿਹੜੇ ਕਿਹੜੇ ਸ਼ਾਰਟਕਟ ਨੇ, ਉਹ ਵੀ ਮੈਂ ਤੁਹਾਨੂੰ ਆਪਣੇ ਅਕੋਰਡਿੰਗ ਦੱਸੂੰਗਾ। ਬੌਂਡਿੰਗ ਦੀ ਡਿਟੇਲ ਸਟੱਡੀ ਕਰਨੀ ਹੈ ਕਿ ਕੰਪਲੈਕਸ ਬਣਦਾ ਕਿਵੇਂ ਆ। ਸ਼ੁਰੂ ਕਰਦੇ ਹਾਂ। ਬੌਂਡਿੰਗ ਲਿਖ ਲਓ, ਬੌਂਡਿੰਗ ਇਨ ਕੋਆਰਡੀਨੇਸ਼ਨ ਕੰਪਾਊਂਡ। ਬੌਂਡਿੰਗ ਜਿਹੜੀ ਕੋਆਰਡੀਨੇਸ਼ਨ ਕੰਪਾਊਂਡ 'ਚ ਜਿਹੜੀ ਇਹਦੇ ਲਈ ਕਾਫੀ ਥਿਊਰੀਜ਼ ਜਿਹੜੀਆਂ ਹੈਗੀਆਂ ਆਈਆਂ ਨੇਗੀਆਂ, ਜਿਹਦੇ ਵਿੱਚੋਂ ਵਧੀਆ ਥਿਊਰੀ ਜਿਹੜੀਆਂ ਹੈਗੀਆਂ ਤੁਹਾਡੇ ਸਿਲੇਬਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਦੋ ਨੇਗੀਆਂ। ਇੱਕ ਤਾਂ VPT ਵੈਲੈਂਸ ਬੌਂਡ ਥਿਊਰੀ, ਦੂਸਰੀ ਜਿਹੜੀ ਹੈਗੀ ਹੈ CFST ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ। ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ। ਹੁਣ ਮੈਂ ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚੋਂ ਵੀ ਜਿਹੜੀ ਬੈਸਟ ਥਿਊਰੀ ਹੈ ਉਹ ਕਿਹੜੀ ਹੈ? ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ ਹੈ। ਕੋਈ ਵੀ ਕੁਐਸਚਨ ਜਿਹੜਾ ਐਗਜ਼ਾਮ ਦੇ ਵਿੱਚ ਆ ਜਾਊਗਾ, ਕੋਈ ਵੀ ਕੁਐਸਚਨ, ਆਪਾਂ ਚਾਹੇ ਉਹਨਾਂ ਨੇ ਸਪੈਸ਼ਲ ਮੈਂਸ਼ਨ ਕਰਤਾ, ਜੇ ਤੱਕ ਸਿੰਪਲ ਕੁਐਸਚਨ ਆ ਗਿਆ ਡਿਸਕਸ ਦਿਸ, ਤਾਂ ਆਪਾਂ ਚੁੱਪ ਕਰਕੇ ਇਹ ਲਾ ਕੇ ਆਪਾਂ ਸਟੱਡੀ ਕਰ ਦਿਆਂਗੇ। ਮੰਨ ਲਓ ਉਹਨਾਂ ਨੇ ਆਪਾਂ ਨੂੰ ਸਟ੍ਰਿਕਟਲੀ ਕਹਿਤਾ ਕਿ ਅਕੋਰਡਿੰਗ ਟੂ ਵੈਲੈਂਸ ਬੌਂਡ ਥਿਊਰੀ, ਤਾਂ ਵੀ ਆਪਾਂ ਬ੍ਰੇਨ ਦੇ ਵਿੱਚ ਆਹ ਥਿਊਰੀ ਲਾ ਕੇ ਆਨਸਰ ਦੇ ਦਾਂਗੇ। ਠੀਕ ਹੈ ਜੀ। ਕਹਿਣ ਦਾ ਭਾਵ ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ ਸਭ ਤੋਂ ਬੈਸਟ ਥਿਊਰੀ ਹੈ। ਇਹਦੇ ਨਾਲੋਂ ਇਹਦੀ ਜਿੰਨੀ ਜਸਟੀਫਿਕੇਸ਼ਨ ਇਹਨੇ ਕੀਤੀ ਹੈ, ਕਿਸੇ ਵੀ ਥਿਊਰੀ ਨੇ ਨਹੀਂ ਕੀਤੀ। ਵੈਲੈਂਸ ਬੌਂਡ ਥਿਊਰੀ ਦੇ ਵਿੱਚ ਕਾਫੀ ਡਰਾਬੈਕ ਨੇ। ਪਹਿਲਾਂ ਮੈਂ ਤੁਹਾਨੂੰ ਵੈਲੈਂਸ ਬੌਂਡ ਥਿਊਰੀ ਜਸਟ ਥਿਊਰੀ ਲਿਖਾ ਦਿੰਦਾ, ਉਸ ਤੋਂ ਬਾਅਦ ਦੀ ਡਰਾਬੈਕ ਲਿਖਾ ਦੇਣਾ, ਤੁਹਾਨੂੰ ਸਮਝ ਵੀ ਆ ਜਾਊਗਾ। ਲੇਕਿਨ ਪ੍ਰੋਪਰਲੀ ਜਸਟੀਫਿਕੇਸ਼ਨ ਜਦੋਂ ਕ੍ਰਿਸਟਲ ਫੀਲਡ ਥਿਊਰੀ ਕਰਵਾਊਂਗਾ ਨਾ, ਜਸਟੀਫਿਕੇਸ਼ਨ ਉੱਥੇ ਹੋਊਗੀ। ਤੁਹਾਨੂੰ ਯਾਦ ਕਰਵਾਊਂ ਕਿ ਹਾਂਜੀ ਆਹ ਦੇਖੋ, ਆਹ ਚੀਜ਼ ਕ੍ਰਿਸਟਲ ਨੇ ਦੱਸੀ ਹੈ, ਵੈਲੈਂਸ ਨੇ ਨਹੀਂ ਦੱਸੀ ਸੀ। ਤਾਂ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਦੋ ਥਿਊਰੀਜ਼ ਨੇ, ਜਿਹਦੇ 'ਚੋਂ ਮੈਕਸੀਮਮ ਜਿਹੜੀ ਹੈਗੀ ਹੈ 99.999% ਜਿਹੜੀ ਹੈਗੀ ਹੈ ਕ੍ਰਿਸਟਲ ਫੀਲਡ ਥਿਊਰੀ 'ਤੇ ਆਪਾਂ ਕੰਸਨਟਰੇਟ ਕਰਨਾ। ਵੈਲੈਂਸ ਬੌਂਡ ਅਗਰ ਐਗਜ਼ਾਮ 'ਚ ਮੈਂਸ਼ਨ ਕਰਤਾ ਉਹਨਾਂ ਨੇ, ਤਾਂ ਆਪਾਂ ਕੀ ਕਰਾਂਗੇ, ਵੈਲੈਂਸ ਬੌਂਡ ਦੀ ਪਹਿਲਾਂ ਮੇਨ ਜਿਹੜੇ ਪਾਸੂਲੇਟ ਨੇ ਉਹ ਲਿਖ ਦਿਆਂਗੇ। ਫਿਰ ਜਿਹੜਾ ਕੁਐਸਚਨ ਆਪਾਂ ਸੋਲਵ ਕਰਨਾ ਉਹ ਕ੍ਰਿਸਟਲ ਦੇ ਅਕੋਰਡਿੰਗ ਬ੍ਰੇਨ 'ਚ ਕ੍ਰਿਸਟਲ ਲੈ ਕੇ ਆਪਾਂ ਉਹਨੂੰ ਹੈਂਡਲ ਕਰ ਲਾਂਗੇ। ਲਾਸਟ ਦੇ ਡਰਾਬੈਕ ਲਿਖਦੇ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਵੈਲੈਂਸ ਬੌਂਡ ਥਿਊਰੀ। ਵੈਲੈਂਸ ਬੌਂਡ ਥਿਊਰੀ ਦੇ ਵਿੱਚ ਪਹਿਲਾਂ ਜਨਰਲ ਦੱਸਦਾ, ਫਿਰ ਲਿਖਵਾਊਂਗਾ ਮੈਂ ਬੁੱਕਿਸ਼ ਜਿਹੜਾ ਹੈਗਾ। ਵੈਲੈਂਸ ਬੌਂਡ ਥਿਊਰੀ ਨੇ ਸਭ ਤੋਂ ਪਹਿਲਾਂ ਕੀ ਕਿਹਾ, ਕਹਿੰਦਾ ਜਿਹੜਾ ਸੈਂਟਰਲ ਮੈਟਲ ਐਟਮ ਹੁੰਦਾ ਹੈ ਕੋਆਰਡੀਨੇਸ਼ਨ ਕੰਪਲੈਕਸ ਦੇ ਵਿੱਚ, ਉਹਦੇ ਕੋਲੇ ਮਤਲਬ ਪਰਟੀਕੂਲਰ ਨੰਬਰ ਆਫ ਜਿਹੜੇ ਹੈਗੇ ਨੇ ਜਦ ਅਵੇਲੇਬਲ ਹੁੰਦੇ ਨੇ, ਉਹਦੇ ਕੋਲੇ ਡੀ ਔਰਬਿਟਲ ਅਵੇਲੇਬਲ ਹੁੰਦੇ ਨੇ, ਪਰਟੀਕੂਲਰ ਨੰਬਰ। ਉਹ ਡੀ ਔਰਬਿਟਲ ਜਿਹੜੇ ਅਵੇਲੇਬਲ ਹੁੰਦੇ ਨੇ ਉਹ ਇਕੁਅਲ ਹੁੰਦੇ ਨੇ ਉਹਦੇ ਕੋਆਰਡੀਨੇਸ਼ਨ ਨੰਬਰ ਦੇ। ਅਗਰ ਨਹੀਂ ਵੀ ਤਾਂ ਉਹਨੂੰ ਬਣਾਉਣੇ ਪੈਣਗੇ। ਕਹਿੰਦੇ ਜਿੰਨਾ ਉਹਦਾ ਕੋਆਰਡੀਨੇਸ਼ਨ ਨੰਬਰ ਹੈ, ਤੁਹਾਡੇ ਸਿਲੇਬਸ 'ਚ ਕੋਆਰਡੀਨੇਸ਼ਨ ਨੰਬਰ 2 ਹੀ ਹੈ, ਜਾਂ 4 ਅਤੇ ਜਾਂ 6, ਉਹ ਕਹਿੰਦੇ ਵੀ ਉਹਨੂੰ ਉਨੇ ਕੁ ਜਿਹੜੇ ਆਪਣੇ ਡੀ ਔਰਬਿਟਲ ਅਵੇਲੇਬਲ ਕਰਨੇ ਪੈਣਗੇ। ਪਹਿਲਾ ਇਹਦਾ ਪਾਸੂਲੇਟ। ਦੂਸਰਾ ਪਾਸੂਲੇਟ ਇਹ ਕੀ ਕਹਿੰਦੇ, ਕਹਿੰਦੇ ਜਿਹੜਾ ਸਿੰਪਲ ਉਹੀ ਹਾਈਬ੍ਰਿਡਾਈਜੇਸ਼ਨ ਵਾਲਾ, ਕਹਿੰਦਾ ਜਿਹੜੇ ਅਟੋਮਿਕ ਔਰਬਿਟਲ ਹੁੰਦੇ ਨੇ, ਕਿਹੜੇ ਕਿਹੜੇ, ਐਸ ਹੋ ਗਿਆ, ਪੀ ਹੋ ਗਿਆ, ਡੀ ਔਰਬਿਟਲ ਹੋ ਗਿਆ, ਮੈਟਲ ਐਟਮ ਦੇ ਹੈ ਨਾ, ਉਹ ਇੱਕ ਦੂਸਰੇ ਨਾਲ ਹਾਈਬ੍ਰਿਡਾਈਜ਼ਡ ਕਰਦੇ ਨੇ, ਤਾਂ ਇਕੁਅਲ ਸੈੱਟ ਆਫ ਜਿਹੜੇ ਹੈਗੇ ਨੇ ਨਿਊ ਜਿਹੜੇ ਔਰਬਿਟਲ ਬਣਾਉਂਦੇ ਨੇ, ਜਿਨ੍ਹਾਂ ਦੀ ਜਮੈਟਰੀ, ਸ਼ੇਪ, ਸਾਈਜ਼ ਜਿਹੜੀ ਸੇਮ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਪੁਆਇੰਟ ਦਿੱਤਾ, ਕਹਿੰਦੇ ਜਿਹੜੇ ਡੀ ਔਰਬਿਟਲ ਨੇ ਉਹ ਦੋ ਟਾਈਪ ਦੇ ਜਿਹੜੇ ਹੈਗੇ ਨੇ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਯੂਜ਼ ਹੋ ਸਕਦੇ ਨੇ। ਪਹਿਲੀ ਕੈਟਾਗਰੀ ਕਹਿੰਦੇ ਵੀ ਉਹ ਆਊਟਰ ਹੋ ਸਕਦੇ ਨੇ, ਆਊਟਰ ਮਤਲਬ ND। ਦੂਸਰੀ ਕੈਟਾਗਰੀ ਕਹਿੰਦੇ ਉਹ ਇਨਰ ਹੋ ਸਕਦੇ ਨੇ, N-1D। ਅਗਰ N-1D ਯੂਜ਼ ਹੋਇਆ ਹੈ ਤਾਂ ਇਨਰ ਡੀ ਔਰਬਿਟਲ ਆਪਾਂ ਕੰਪਲੈਕਸ ਕਵਾਂਗੇ, ਇਨਰ ਡੀ ਔਰਬਿਟਲ ਕੰਪਲੈਕਸ। ਅਗਰ ND ਯੂਜ਼ ਹੋਇਆ ਤਾਂ ਆਊਟਰ। ਹੁਣ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਇੱਕ ਵਾਰੀ ਸਮਝ ਆ ਜਾਊਗਾ ਥੋੜ੍ਹਾ ਜਿਹਾ।
ਬਟ ਇਹ ਜਸਟੀਫਿਕੇਸ਼ਨ ਪ੍ਰੋਪਰ ਜਿਹੜੀ ਹੈਗੀ ਇਹ ਕ੍ਰਿਸਟਲ ਦੇ ਵਿੱਚ ਆਊਗੀ। ਇੱਕ ਇਹਨਾਂ ਨੇ ਕਿਹਾ, ਕਹਿੰਦਾ ਜਿਹੜਾ ਲੀਗੈਂਟ ਹੁੰਦਾ ਹੈਗਾ ਉਹਦੇ ਕੋਲ ਐਟਲੀਸਟ ਇੱਕ ਐਟਮ ਹੋਣਾ ਚਾਹੀਦਾ ਜਿਹੜਾ ਇਲੈਕਟ੍ਰੋਨ ਡੋਨੇਟ ਕਰਦੇ ਸੈਂਟਰਲ ਐਲੀਮੈਂਟ ਨੂੰ। ਸਿੰਪਲ ਜੀ ਗੱਲ ਹੈ, ਫੇਰ ਹੀ ਬੌਂਡ ਬਣੇਗਾ। ਨੈਕਸਟ ਇਹਨਾਂ ਨੇ ਇੱਕ ਪੁਆਇੰਟ ਦਿੱਤਾ, ਸਿੰਪਲ ਜੀ ਗੱਲ ਹੈ, ਕਹਿੰਦੇ ਜਿਹੜੇ ਐਮਪਟੀ ਆਰਬਿਟਲ ਹੁੰਦੇ ਨੇ ਐਮਪਟੀ ਆਰਬਿਟਲ ਜਿਹੜੇ ਸੈਂਟਰਲ ਐਲੀਮੈਂਟ ਦੇ ਉਹ ਕੰਬਾਈਨ ਕਰਦੇ ਨੇ ਫੀਲਡ ਆਰਬਿਟਲ ਆਫ ਲੀਗੈਂਡ। ਇਹ ਵੀ ਸਿੰਪਲ ਜੀ ਗੱਲ ਹੈ। ਇਹਨਾਂ ਦੇ ਪਾਸਟੂਲੇਟ ਨੇ, ਅਗਰ ਲਿਖਣੇ ਚਾਹੁੰਦੇ ਤਾਂ ਲਿਖ ਲਓ। ਫਸਟ ਪਾਸਟੂਲੇਟ ਲਿਖ ਲਓ, ਦਾ ਸੈਂਟਰਲ ਮੈਟਲ ਐਟਮ ਜਾਂ ਆਇਨ। ਫਸਟ ਪਾਰਟ ਇਹ ਇਹਦੀ ਪਾਸਟੂਲੇਟ ਸੀਗੇ, ਉਹ ਲਿਖਾ ਰਹੇ ਹਾਂ ਬੁੱਕਿਸ਼। ਦਾ ਸੈਂਟਰਲ ਮੈਟਲ ਆਇਨ ਜਿਹੜਾ ਹੈਗਾ ਇਨ ਦਾ ਕੰਪਲੈਕਸ ਮੇਕਸ ਅਵੇਲੇਬਲ ਨੰਬਰ ਆਫ ਐਮਪਟੀ ਆਰਬਿਟਲ for the formation of coordination bond with suitable ligands. The number of empty orbital made available for this purpose equal to the coordination number of central metal ion। ਉਹੀ ਗੱਲ, ਉਹਨੂੰ coordination ਦੇ according ਡੀ ਆਰਬਿਟਲ ਅਵੇਲੇਬਲ ਕਰਨੇ ਪੈਣਗੇ। ਦੂਸਰਾ ਪੁਆਇੰਟ ਜਿਹੜਾ ਹੈਗਾ, ਦਾ ਡੀ ਆਰਬਿਟਲ ਇਨਵੋਲਵਡ ਇਨ ਦਾ ਹਾਈਬ੍ਰਿਡਾਈਜੇਸ਼ਨ may be either inner d orbital bracket ਚ n-1 d orbital n-1 ਆ ਵਾਲਾ ਲਿਖਣਾ n-1 d ਔਰ ਆਊਟਰ ਡੀ ਆਰਬਿਟਲ ਜਿਹਨੂੰ ਆਪਾਂ ਐਨ ਡੀ ਆਰਬਿਟਲ ਕਹਾਂਗੇ। ਨੈਕਸਟ ਪੁਆਇੰਟ, ਈਚ ਲੀਗੈਂਟ ਹੈਜ਼ ਐਟ ਲੀਸਟ ਵਨ ਆਰਬਿਟਲ। ਈਚ ਲੀਗੈਂਟ ਹੈਜ਼ ਐਟ ਲੀਸਟ ਵਨ ਆਰਬਿਟਲ, ਜਾਂ ਤੁਸੀਂ ਲਿਖ ਲਓ ਮਸਟ ਹੈਵ ਵਨ ਡੋਨਰ ਐਟਮ ਵਿਚ ਕੰਟੇਨ ਐਟ ਲੀਸਟ ਵਨ ਲੋਨ ਪੇਅਰ ਆਫ ਇਲੈਕਟ੍ਰੋਨ। ਇੱਕ ਹਰੇਕ ਲੀਗੈਂਡ ਦੇ ਕੋਲੇ ਘੱਟੋ ਘੱਟ ਇੱਕ ਡੋਨਰ ਐਟਮ ਹੋਣਾ ਚਾਹੀਦਾ। ਜਿਵੇਂ ਅਮੋਨੀਆ ਦੇ ਕੋਲੇ N ਹੈਗੀ ਹੈ, ਵਾਟਰ ਦੇ ਕੋਲੇ ਆਕਸੀਜਨ ਹੈਗੀ ਹੈ, ਜਿਹੜੇ ਮਤਲਬ ਉਹਨੂੰ ਉਹਨਾਂ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨ ਹੈਗੀ ਹੈ, ਐਟਲੀਸਟ ਇੱਕ ਹੋਣਾ ਚਾਹੀਦਾ ਜਿਹੜਾ ਫਰਦਰ ਬੌਂਡ ਬਣਾ ਸਕੇ। ਨੈਕਸਟ ਵਨ, ਦਾ ਐਮਪਟੀ ਹਾਈਬ੍ਰਿਡ ਆਰਬਿਟਲ ਆਫ ਮੈਟਲ ਆਇਨ overlap with the field orbital of ligand to form metal ligand coordination covalent bond। next one, last point, the atomic orbital bracket ਦੇ ਵਿੱਚ ਲਿਖ ਲਓ SPDF of the metal hybridized to give a set of equivalent orbital of definite geometry। ਕਿਹੜੀ ਜਿਓਮੈਟਰੀ ਤੁਹਾਡੇ ਸਿਲੇਬਸ 'ਚ ਸਕੁਅਰ ਪਲੇਨਰ ਹੈ, ਆਕਟਾਹੈਡਰਲ ਹੈ ਜਾਂ ਟੈਟਰਾਹੈਡ। ਸਿੰਪਲ ਜੀ ਗੱਲ ਹੈ। SPD ਜਿਹੜੇ ਮਿਲਣਗੇ ਡਿਫਰੈਂਟ ਸ਼ੇਪ ਹੁੰਦੀ ਹੈ। ਆਫਟਰ ਹਾਈਬ੍ਰਿਡਾਈਜੇਸ਼ਨ ਨੇ +1 'ਚ ਵੀ ਕੀਤਾ ਆਪਾਂ, ਉਹਨਾਂ ਦੀ ਸ਼ੇਪ, ਜਿਓਮੈਟਰੀ, ਸਾਈਜ਼, એનર્ਜੀ ਸਭ ਅਪਰੋਕਸੀਮੇਟਲੀ ਸੇਮ ਹੋ ਜਾਏਗਾ, ਇਸ ਲਈ ਹਾਈਬ੍ਰਿਡਾਈਜੇਸ਼ਨ। ਇਹ ਕੀ ਸੀ? ਵੈਲੈਂਸ ਬੌਂਡ ਥਿਊਰੀ ਦੀਆਂ ਪਾਸਟੂਲੇਟ ਸੀ, ਅਜ਼ੰਪਸ਼ਨ ਸੀ। ਉਸ ਤੋਂ ਬਾਅਦ ਸਟਾਰ ਪੁਆਇੰਟ ਨਾਲ ਬਣਾ ਕੇ ਲਿਖ ਲਓ, ਦਿਸ ਥਿਊਰੀ ਕੰਟੇਨ ਲੋਟਸ ਆਫ ਡਰਾਬੈਕਸ, ਲਿਮੀਟੇਸ਼ਨ ਹੈ ਨਾ। ਹੁਣ ਇਹਦੀਆਂ ਸਿੰਪਲ ਲਿਮੀਟੇਸ਼ਨ ਲਿਖ ਲਓ ਬਸ। ਲਿਮੀਟੇਸ਼ਨ 'ਚ ਲਿਖ ਲਓ, ਫਸਟ ਪੁਆਇੰਟ ਲਿਖੋ, ਫਸਟ ਪੁਆਇੰਟ, this theory was not able to explain, does not explain the magnetic property of the complex। ਇਹਨੇ ਕੋਈ ਗੱਲ ਨਹੀਂ ਕੀਤੀ ਕਿ ਕੰਪਲੈਕਸ ਡਾਇਆਮੈਗਨੈਟਿਕ ਬਣੂਗਾ, ਕਿਉਂਕਿ ਆਪਾਂ ਨੂੰ ਜੇ ਕੰਪਲੈਕਸ ਉਹਨਾਂ ਨੇ ਐਗਜ਼ਾਮ 'ਚ ਆਇਆ ਕਿ ਡਿਸਕਸ ਇਨ ਡਿਟੇਲ, ਉਹਦੇ 'ਚ ਆਪਾਂ ਨੂੰ ਉਹਦਾ ਮੈਗਨੈਟਿਕ ਬਿਹੇਵੀਅਰ, ਸਪਿਨ ਦਾ ਬਿਹੇਵੀਅਰ ਕਿ ਲੋ ਸਪਿਨ ਹੈ, ਹਾਈ ਸਪਿਨ ਹੈ, ਉਹਦੀ ਹਾਈਬ੍ਰਿਡਾਈਜੇਸ਼ਨ ਕੁਛ ਵੀ ਪੁੱਛ ਸਕਦੇ ਨੇ, ਉਹ ਪੁੱਛਣਗੇ। ਇਹਨੇ ਕੁਛ ਨਹੀਂ ਦੱਸਿਆ ਆਪਾਂ ਨੂੰ ਮੈਗਨੈਟਿਕ ਬਿਹੇਵੀਅਰ ਬਾਰੇ। ਡਜ਼ ਨੋਟ ਐਕਸਪਲੇਨ ਦਾ ਡਿਟੇਲ ਜਾਂ ਮੈਗਨੈਟਿਕ ਪ੍ਰੋਪਰਟੀ ਆਫ ਦਾ ਕੰਪਲੈਕਸ। ਸੈਕੰਡ ਵਨ, does not explain the stability of the
ਕੰਪਲੈਕਸ ਕੋਈ ਸਟੇਬਿਲਿਟੀ ਨਹੀਂ ਦੱਸੀ ਵੀ ਕਿਹੜਾ ਕੰਪਲੈਕਸ ਕਿੱਦਾਂ ਜ਼ਿਆਦਾ ਸਟੇਬਲ ਹੋਊਗਾ, ਕਿੱਦਾਂ ਘੱਟ ਸਟੇਬਲ ਹੋਊਗਾ। ਥਿਊਰੀ ਵਾਜ਼ ਨਾਟ ਏਬਲ ਟੂ ਡਿਸਟਿੰਗੁish ਬਿਟਵੀਨ ਵੀਕ ਐਜ਼ ਵੈਲ ਐਜ਼ ਸਟਰੋਂਗ ਲੀਗੈਂਡ। ਲੀਗੈਂਡ ਜਿਹੜੇ ਤਿੰਨ ਟਾਈਪ ਦੇ ਹੁੰਦੇ ਨੇ, ਇੱਕ ਤਾਂ ਵੀਕ ਹੁੰਦੇ ਨੇ, ਇੱਕ ਸਟਰੋਂਗ ਹੁੰਦੇ ਨੇ, ਇੱਕ ਇੰਟਰਮੀਡੀਏਟ ਹੁੰਦੇ ਨੇ। ਜਿਹੜੀ ਡਿਟੇਲ ਸਟੱਡੀ ਕ੍ਰਿਸਟਲ ਫੀਲਡ ਥਿਊਰੀ ਆਪਾਂ ਨੂੰ ਦੱਸੇਗੀ, ਜਿਹਦੇ ਅਕੋਰਡਿੰਗ ਆਪਾਂ ਸਟੈਪ ਲਵਾਂਗੇ। ਇਸ ਥਿਊਰੀ ਨੇ ਕੋਈ ਗੱਲ ਨਹੀਂ ਕੀਤੀ ਕਿ ਵੀਕ ਲੀਗੈਂਡ ਅਗਰ ਲੱਗੇ ਹੋਣਗੇ ਤਾਂ ਕੀ ਬਣੂਗਾ, ਸਟਰੋਂਗ ਲੀਗੈਂਡ ਲੱਗਣ ਹੋਣਗੇ ਤਾਂ ਕੀ ਬਣੂ, ਇਹਨੇ ਕੁਛ ਨਹੀਂ ਦੱਸਿਆ। ਠੀਕ ਹੈ ਜੀ। ਨੈਕਸਟ ਵਨ ਇਹਦੇ 'ਚ ਜਿਹੜਾ ਹੈਗਾ this theory was not able to explain ਜਿਹੜਾ difference between tetrahedral and square planar structure when coordination number is 4। ਇਹ ਥਿਊਰੀ ਨੇ ਨਹੀਂ ਦੱਸਿਆ ਆਪਾਂ ਕਿ ਇਹਦਾ 4 ਕੋਆਰਡੀਨੇਸ਼ਨ ਨੰਬਰ ਹੈ, ਉਹ 'ਚ 2 ਕੇਸ ਬਣਦੇ ਨੇ, ਟੈਟਰਾਹੈਡਰਲ ਵੀ ਹੋ ਸਕਦਾ ਅਤੇ ਸਕੁਅਰ ਪਲੇਨਰ ਵੀ ਹੋ ਸਕਦਾ। ਇਹ ਇਹਦੀਆਂ ਜਿਹੜੀਆਂ ਹੈਗੀਆਂ ਨੇ ਡਰਾਬੈਕ ਨੇ। ਇੱਕ ਡਰਾਬੈਕ ਹੋਰ ਲਿਖ ਲਓ ਕਿ not able to explain about the complex whether it is low spin complex or high spin complex। ਇਹ ਵੀ ਸਪਿਨਸ ਵੀ ਹੁੰਦੀਆਂ ਨੇ, ਇਹ ਵੀ ਡਿਟੇਲ ਦੱਸੂਗਾ ਤਾਂ ਇਹਦੀ ਇਹ ਡਰਾਬੈਕ ਸੀਗੀਆਂ। ਹੋਪ ਕਿ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਨੈਕਸਟ ਗੱਲ ਕਰਦਾ ਮੈਂ ਡਿਟੇਲ, ਇਹਨੂੰ ਧਿਆਨ ਨਾਲ ਸਮਝੋ, ਪਹਿਲਾਂ ਸਮਝਾਊਂਗਾ ਫਿਰ ਲਿਖਾਊਂਗਾ। ਕ੍ਰਿਸਟਲ ਫੀਲਡ ਥਿਊਰੀ, ਹੈਡਿੰਗ ਦੇ ਲਓ ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ। ਜਨਰਲ ਤਰੀਕੇ ਨਾਲ ਪਹਿਲਾਂ ਦੱਸਦਾ। ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ ਦੇ ਅਕੋਰਡਿੰਗ ਕੀ ਹੈਗਾ, ਸੈਂਟਰਲ ਮੈਟਲ ਐਟਮ ਹੁੰਦਾ, ਆਪਾਂ ਨੂੰ ਪਤਾ ਇੱਥੇ ਮੈਟਲ ਹੁੰਦੀ ਹੈ, ਬਾਕੀ ਲੀਗੈਂਡ ਲੱਗੇ ਹੁੰਦੇ ਨੇ, ਸਕੁਅਰ ਬ੍ਰੈਕਟ ਬੰਦ ਹੋ ਜਾਂਦੀ ਹੈ। ਸੈਂਟਰਲ ਮੈਟਲ ਐਟਮ ਦੇ ਨਾਲ ਸਾਰੇ ਕੰਬਾਈਨ ਹੁੰਦੇ ਨੇ, ਬਾਏ ਕੋਆਰਡੀਨੇਸ਼ਨ ਬੌਂਡ ਹੁੰਦੇ ਨੇ, ਕਿਉਂਕਿ ਸੈਂਟਰਲ ਮੈਟਲ ਐਟਮ ਦੇ ਕੋਲੇ ਡੀ ਆਰਬਿਟਲ ਹੁੰਦੇ ਨੇ। 99.9% ਡੀ ਆਰਬਿਟਲ ਵਾਲੇ ਆਪਾਂ, ਕਿਉਂਕਿ ਸਟੱਡੀ DNF 'ਚ ਕੀਤੀ ਸੀ ਇਹਨਾਂ ਦੀ ਕੋਆਰਡੀਨੇਸ਼ਨ ਕੰਪਲੈਕਸ ਦੀ। DNF ਦੀ ਸਟੱਡੀ 'ਚ ਆਪਾਂ ਜਦੋਂ ਕੀਤਾ ਸੀ, DNF ਬਲੌਕ ਐਲੀਮੈਂਟ ਜਿਹੜੇ ਹੈਗੇ ਦੇ ਆਰ ਏਬਲ ਟੂ ਫੋਰਮ ਕੰਪਲੈਕਸ, ਇਹੀ ਕੰਪਲੈਕਸ ਨੇ ਕੋਆਰਡੀਨੇਸ਼ਨ ਕੰਪਲੈਕਸ। ਤਾਂ 99.9% ਕੇਸਿਸ ਦੇ ਵਿੱਚ ਇਹ ਜਿਹੜਾ ਹੈਗਾ ਮਤਲਬ 100% ਕੇਸਿਸ D ਅਤੇ F ਦੇ ਯੂਜ਼ ਹੋਣਗੇ। ਤੁਹਾਡੇ ਸਿਲੇਬਸ 'ਚ 95% D ਆਰਬਿਟਲ ਯੂਜ਼ ਹੋਊਗਾ, F ਵਾਲੇ ਬਹੁਤ ਘੱਟ ਨੇ ਤੁਹਾਡੇ ਜਿਹੜੇ ਹੈਗੇ ਨੇ, 5% ਕੇਸ ਰਹਿ ਜਾਂਦਾ। ਤਾਂ ਇਹਦੇ ਕੋਲ ਡੀ ਆਰਬਿਟਲ ਨੇ। ਜਦੋਂ ਇਹ ਨਿਊਟਰਲ ਹੈ, ਇਕੱਲਾ ਮੈਟਲ ਐਟਮ ਲੈ ਲੈਣਾ, ਨਿਊਟਰਲ ਹੈ, ਉਦੋਂ ਇਹਦੇ ਲੈਟ ਡੀ ਆਰਬਿਟਲ ਆ ਪਏ ਨੇ, 5 ਬਲੌਕ ਹੀ ਹੁੰਦੇ ਨੇ। ਠੀਕ ਹੈ ਜੀ। ਲੀਗੈਂਡ ਜਦੋਂ ਆ ਜਾਂਦੇ ਨੇ, ਆਪਣਾ ਲੋਨ ਪੇਅਰ ਲੈ ਕੇ ਆ ਜਾਂਦੇ ਨੇ, ਤਾਂ ਰਿਪਲਸ਼ਨ ਵੀ ਹੋਊਗੀ। ਠੀਕ ਹੈ ਜੀ। ਜਦੋਂ ਲੋਨ ਪੇਅਰ ਆਉਂਦੇ ਨੇ, ਡਿਫਰੈਂਟ 4 ਲੀਗੈਂਡ ਲੱਗੇ, 5 ਲੱਗੇ, 6 ਲੱਗੇ, ਤਾਂ ਉਹਨਾਂ ਦੇ ਲੋਨ ਪੇਅਰ ਦੇ ਥਰੂ ਕੰਬਾਈਨ ਹੋਊਗਾ, ਤਾਂ ਆਪਸ 'ਚ ਰਿਪਲਸ਼ਨ ਹੋ ਜਾਊਗੀ। ਰਿਪਲਸ਼ਨ ਹੋ ਜਾਊਗਾ, ਡੀ ਆਰਬਿਟਲ ਜਿਹੜਾ ਹੈਗਾ ਜਦੋਂ ਇਹ ਇਕੱਠਾ ਪਿਆ, ਇਹਨੂੰ ਡੀ ਜਨਰੇਟ ਕਹਿੰਦੇ ਨੇ, ਡੀ ਜਨਰੇਟ ਡੀ ਆਰਬਿਟਲ। ਜਦੋਂ ਲੀਗੈਂਟ ਆ ਜਾਂਦੇ ਨੇ ਤਾਂ ਲੀਗੈਂਟ ਦੇ ਇਨਫਲੂਐਂਸ ਦੇ ਵਿੱਚ ਆ ਕੇ ਮੈਟਲ ਤੇ ਲੀਗੈਂਟ ਦੇ ਜਿਹੜੇ ਬੌਂਡ ਬਣਦੇ ਨੇ, ਉਹ ਡਿਪੈਂਡ ਕਰਦਾ। ਲੀਗੈਂਟ ਅਗਰ ਆਇਨਿਕ ਹੈ, ਮਤਲਬ ਨੈਗੇਟਿਵ ਚਾਰਜ ਹੈ, ਕਿਉਂਕਿ ਲੀਗੈਂਟ ਜ਼ਿਆਦਾ ਨੈਗੇਟਿਵ ਹੋਊਗਾ ਅਤੇ ਜਾਂ ਨਿਊਟਰਲ ਹੋਊਗਾ। ਨੈਗੇਟਿਵ ਚਾਰਜ ਲੀਗੈਂਟ ਹੈ ਤਾਂ ਆਇਨਿਕ ਬੌਂਡ ਹੋ ਗਿਆ, ਨਿਊਟਰਲ ਲੀਗੈਂਟ ਹੈ ਤਾਂ ਮੈਟਲ ਤੇ ਜਿਹੜਾ ਹੈਗਾ ਇੰਡਿਊਸਡ ਚਾਰਜ ਆ ਜੂ ਉਹਦੇ 'ਤੇ, ਨਿਊਟਰਲ ਦੇ ਉੱਤੇ, ਕਿਉਂਕਿ ਉਹਦੇ ਕੋਲੇ ਲੋਨ ਪੇਅਰ ਹੈ। ਕਹਿਣ ਦਾ ਭਾਵ ਲੋਨ ਪੇਅਰ ਦੇ ਨਾਲ ਜਾਂ ਨੈਗੇਟਿਵ ਚਾਰਜ ਦੇ ਨਾਲ ਇਹ ਡੀ ਆਰਬਿਟਲ ਦੀ એનર્ਜੀ ਸੇਮ ਨਹੀਂ ਰਹਿੰਦੀ, ਡਿਸਟਰਬ ਹੋ ਜਾਂਦੀ ਹੈ। ਡਿਸਟਰਬ ਹੋ ਜਾਂਦੀ ਤਾਂ ਡੀ ਆਰਬਿਟਲ ਸਪਲਿਟ ਹੋ ਜਾਂਦੇ ਨੇ। ਤੁਹਾਨੂੰ ਪਤਾ ਡੀ ਆਰਬਿਟਲ ਦੀਆਂ 2 ਕੈਟਾਗਰੀਆਂ ਹੁੰਦੀਆਂ ਨੇ, ਇੱਕ 3 ਵਾਲੇ, ਇੱਕ 2 ਵਾਲੇ। DXY, DYZ, DZX 3। 2 ਜਿਹੜੇ ਹੁੰਦੇ ਨੇ DX² -Y² ਅਤੇ DZ²। 2 ਕੈਟਾਗਰੀ। ਇੱਕ ਜਨਰਲ ਆਪਾਂ ਨੂੰ ਪਤਾ ਹੈ ਕਿ ਡੀ ਆਰਬਿਟਲ 2 ਟਾਈਪ ਦਾ ਹੁੰਦਾ। ਲੀਗੈਂਡ ਦੇ ਆਉਣ ਦੇ ਨਾਲ ਇਹ ਅਨਸਟੇਬਲ ਹੋ ਜਾਂਦਾ, ਰਿਪਲਸ਼ਨ ਆਏ ਨੇ ਅਤੇ ਇਹ ਸਪਲਿਟਿੰਗ ਹੋ ਜਾਂਦੀ ਹੈ। ਦਿਸ ਸਪਲਿਟਿੰਗ ਨੋਨ ਐਜ਼ ਕ੍ਰਿਸਟਲ ਫੀਲਡ ਸਪਲਿਟਿੰਗ। ਫੀਲਡ ਦੀ ਜਿਹੜੀ ਸਪਲਿਟਿੰਗ ਹੋ ਗਈ ਹੈ ਨਾ, ਇਹਦੀ ਵਜ੍ਹਾ ਦੇ ਨਾਲ ਜਿਹੜੀ ਸਪਲਿਟਿੰਗ ਫਰਦਰ 2 ਟਾਈਪ ਨਾਲ ਹੋ ਸਕਦੀ ਹੈ, ਕਿਉਂਕਿ ਲੀਗੈਂਡ 'ਤੇ ਡਿਪੈਂਡ ਕਰਦਾ। ਸਟਰੋਂਗ ਵੀ ਹੋ ਸਕਦਾ ਲੀਗੈਂਡ, ਵੀਕ ਵੀ ਹੋ ਸਕਦਾ, ਉਹ ਲਿਖਾਊਂਗਾ ਅੱਗੇ ਤੁਹਾਨੂੰ ਦੱਸੂਗਾ। ਤਾਂ ਜਨਰਲ ਇਹਦੇ 'ਚ ਕੀ ਚੀਜ਼ ਹੈ, ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ ਦੇ ਵਿੱਚ ਕੀ ਚੀਜ਼ ਹੈ
ਕਿ ਲੀਗੈਂਟ ਦੇ ਮੈਟਲ ਐਟਮ ਦੇ ਕੋਲੇ ਆਉਣ ਨਾਲ ਰਿਪਲਸ਼ਨ ਜਿਹੜੀਆਂ ਜਨਰੇਟ ਹੁੰਦੀਆਂ ਨੇ ਉਹ ਲੀਗੈਂਟ ਦਾ ਡੀ ਆਰਬਿਟਲ ਨੂੰ ਸਟੇਬਲ ਨਹੀਂ ਰਹਿਣ ਦਿੰਦੀਆਂ, ਜਿਹਦੀ ਵਜ੍ਹਾ ਦੇ ਨਾਲ ਜਿਹੜਾ ਉਹ ਅਨਸਟੇਬਲ ਹੋ ਕੇ ਸਪਲਿਟ ਹੋ ਜਾਂਦਾ, ਦੋ ਪਾਰਟ ਦੇ ਵਿੱਚ ਚਲਾ ਜਾਂਦਾ, ਜਿੱਥੋਂ ਫਿਰ ਬੌਂਡਿੰਗ ਬਣਨੀ ਸ਼ੁਰੂ ਹੁੰਦੀ ਹੈ। ਦਿਸ ਥਿਊਰੀ ਨੋਨ ਐਜ਼ ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ ਜਨਰਲ। ਹੁਣ ਇਹਨੂੰ ਮੈਂ ਲਿਖਾਉਣਾ ਹੈ, ਇਹਨੂੰ ਧਿਆਨ ਨਾਲ ਲਿਖਿਓ, ਸ਼ੁਰੂ ਕਰ ਲਓ ਜੀ। ਬੜਾ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਨਰਲ ਹੋਪ ਕੇ ਸਮਝ ਆ ਗਿਆ ਹੋਊਗਾ। ਹੁਣ ਇਹਨੂੰ ਬੁੱਕਿਸ਼ ਲਿਖਾਉਣਾ ਮੈਂ, ਲਿਖੋ ਜੀ। ਦ ਮੈਟਲ ਆਇਨ ਐਂਡ ਦ ਲੀਗੈਂਟਸ ਜਿਹੜੇ ਹੈਗੇ ਨੇ ਥਿਊਰੀ ਦੇ ਵਿੱਚ, ਅਕੋਰਡਿੰਗ ਟੂ ਦਿਸ ਥਿਊਰੀ ਦ ਮੈਟਲ ਆਇਨ ਐਂਡ ਦ ਲੀਗੈਂਟਸ ਐਕਟ ਐਜ਼ ਪੁਆਇੰਟ ਚਾਰਜ ਐਂਡ ਦ ਅਟਰੈਕਸ਼ਨ ਜਿਹੜੀਆਂ ਇੰਟਰੈਕਸ਼ਨ ਬਿਟਵੀਨ them are purely electrostatic. Interaction between them purely electrostatic. In case of negative ligand, the interaction will be metal ਜਿਹੜੀਆਂ ion attraction ਜਾਂ ionic attraction ਲਿਖ ਸਕਦੇ ਹਾਂ। While in case of neutral ligand, attraction will be ion dipole attraction. In case of free metal ion, all the 5 d orbital have same energy, ਜਿਵੇਂ ਹੁਣ ਦੱਸ ਕੇ ਹਟੇ। These orbital have the ਜਿਹੜੀ same energy ਹੈ they and known as degenerate orbitals. same energy ਵਾਲੇ degenerate orbital ਕਹਿੰਦੇ ਨੇ। ਇਹਦਾ ਮਤਲਬ ਕੀ ਹੈ? ਦਿਸ ਮੀਨ ਦੈਟ ਦ ਇਲੈਕਟ੍ਰੋਨ ਕੈਨ ਆਕੂਪਾਈ, ਜਦੋਂ ਸੇਮ એનર્ਜੀ ਹੈ, ਇਲੈਕਟ੍ਰੋਨ ਕੈਨ ਆਕੂਪਾਈ ਐਨੀ ਵਨ ਆਫ ਥੀਸ 5 ਡੀ ਆਰਬਿਟਲਸ। ਕੋਈ ਵੀ ਲੈ ਸਕਦਾ ਕਿਉਂਕਿ એનર્ਜੀ ਸੇਮ ਹੈ। ਵੈਸੇ ਇਲੈਕਟ੍ਰੋਨ ਫਿਲ ਕਰਦੇ ਹਾਂ ਆਪਾਂ, +1 'ਚ ਵੀ ਕੀਤਾ, ਪਹਿਲਾਂ ਲੋਅਰ એનર્ਜੀ ਫਿਰ ਹਾਇਰ એનર્ਜੀ, ਪਹਿਲਾਂ ਸਿੰਗਲੀ ਫੀਲਡ ਫਿਰ ਡਬਲ ਫੀਲਡ। ਹੁਣ ਜਦੋਂ એનર્ਜੀ ਸੇਮ ਹੈ ਤਾਂ ਕੋਈ ਮਰਜ਼ੀ ਲੈ ਲਿਓ, ਇਲੈਕਟ੍ਰੋਨ ਈਜ਼ਲੀ ਯੂਜ਼ ਕਰ ਸਕਦਾ ਹੈ। ਬਟ when ligands come in contact with the central element, repulsion ਜਿਹੜੀਆਂ ਹੈਗੀਆਂ ਨੇ, the repulsion will ਜਿਹੜੀਆਂ ਰੇਜ਼ ਹੁੰਦੀਆਂ ਨੇ, the repulsion will raise the energy of d orbital। ਰਿਪਲਸ਼ਨ ਦੀ ਵਜ੍ਹਾ ਦੇ ਨਾਲ એનર્ਜੀ ਆਫ ਡੀ ਆਰਬਿਟਲ ਜਿਹੜੀਆਂ ਹੈਗੀ ਆ ਰੇਜ਼ ਹੋ ਜਾਂਦੀ ਆ। when all ligands approaching the central